ਰੰਗ ਰਾਤੇ ਸੁਹਾਵਾ ਕਰੇ ਸਰ ਸਜੋ ਜੋਤੀ ਰੇ ਰੰਗ ਰਾਤੇ। ਗੁਰੂ ਤੇਗ ਬਹਾਦਰ ਮਹਾਰਾਜ ਸੱਚਮੁੱਚ ਸਤਸੰਗਤ ਉਲਟੀ ਗੰਗਾ ਬਹਾਣੀ। ਉਲਟੀ ਗੰਗਾ ਅੱਜ ਤੱਕ ਆਪਣੇ ਵਾਸਤੇ ਹਰ ਇੱਕ ਆਦਮੀ ਜਿਹੜਾ ਕੋਈ ਨਾ ਕੰਮ ਕਰਦੇ, ਪਰ ਕਿਸੇ ਗੈਰ ਆਦਮੀ ਕਿਸੇ ਗੈਰ ਧਰਮ ਵਾਸਤੇ ਆਪਣਾ ਆਪ ਨਿਸ਼ਾਵਰ ਕਰ ਦੇਣਾ। ਇਸੇ ਕਰਕੇ ਕਵੀ ਫੈਜ਼ ਨੇ ਲਿਖਿਆ ਹੈ, ਕਹਿੰਦਾ ਅੱਜ ਤੱਕ ਤੇ ਦੁਨੀਆ ਦੇ ਇਤਿਹਾਸ ਦੇ ਵਿੱਚ ਇਹ ਸੁਣਿਆ ਸੀ ਕਿ ਜਿਹੜਾ ਮਕਤੂਲ ਹੈ ਉਹ ਕਾਤਲ ਦੇ ਕੋਲ ਜਾਂਦਾ ਹੈ, ਭਾਰ ਜਿਹੜਾ ਮਾਰਨ ਵਾਲਾ ਹੈ ਉਹ ਮਰਨ ਵਾਲੇ ਦੇ ਕੋਲ ਜਾਂਦਾ, ਪਰ ਇਹ ਪਹਿਲੀ ਵਾਰ ਹੈ ਵੀ ਕਾਤਲ ਖੁਦ ਚੱਲ ਕੇ ਮਕਤੂਲ ਦੇ ਕੋਲ ਜਾਂਦਾ ਹੈ। ਜਾਣੀ ਜਿਹੜਾ ਸ਼ਹੀਦ ਹੋਣ ਵਾਲਾ ਹੈ ਉਹ ਆਪ ਤੁਰ ਕੇ ਜਿਹੜਾ ਉੱਥੇ ਜਾ ਰਿਹਾ ਹੈ। ਇਹ ਸੱਚਮੁੱਚ ਇਹ ਕੰਮ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਲਟੀ ਗੰਗਾ ਬਹਾ ਦਿੱਤੀ। ਉਹਨਾਂ ਕਸ਼ਮੀਰੀ ਪੰਡਤਾਂ ਨੂੰ ਧੀਰਜ ਦਿੰਦਿਆਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਇਹ ਗੱਲ ਕਹਿ ਦਿੱਤੀ ਕਿ ਤੁਸੀਂ ਬੇਫਿਕਰੇ ਹੋ ਕੇ ਆਪਣੇ ਘਰ ਚਲੇ ਜਾਓ ਔਰ ਜਾ ਕੇ ਤੁਸੀਂ ਕਹਿ ਦਿਓ ਕਿ ਕੁੱਲ ਹਿੰਦੁਸਤਾਨ ਦੀ ਧਰਤੀ ਤੋਂ ਸਾਡੇ ਸਨਾਤਨ ਧਰਮ ਦਾ ਜਿਹੜਾ ਆਗੂ ਗੁਰੂ ਤੇਗ ਬਹਾਦਰ ਨੇ, ਤੇ ਜੇ ਗੁਰੂ ਤੇਗ ਬਹਾਦਰ ਆਪਣੇ ਧਰਮ ਆਪਣੇ ਦੀਨ ਨੂੰ ਛੱਡ ਦਿੰਦੇ ਨੇ ਤੇ ਅਸੀਂ ਆਪਣਾ ਦੀਨ ਜਿਹੜਾ ਹੈ ਉਹ ਛੱਡਣ ਵਾਸਤੇ ਤਿਆਰ ਹਾਂ। ਇੱਕ ਐਗਰੀਮੈਂਟ ਹੋਇਆ ਸਤ ਸੰਗਤ। ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਕਿਤੇ ਇਹ ਨਹੀਂ ਸੀ ਕਿ ਬਈ ਚੰਦ ਕਸ਼ਮੀਰੀ ਪੰਡਤ ਇਕੱਠੇ ਹੋ ਕੇ ਆਏ ਗੁਰੂ ਪਾਤਸ਼ਾਹ ਨੂੰ ਜਾਂਦਿਆਂ ਸ਼ਹੀਦ ਕਰਤਾ, ਨਹੀਂ। ਉੱਥੇ ਇੱਕ ਬੜਾ ਵੱਡਾ ਐਗਰੀਮੈਂਟ ਸਾਈਨ ਹੋ ਰਿਹਾ ਸੀ ਕਿ ਬਈ ਕੁੱਲ ਹਿੰਦੁਸਤਾਨ ਦੇ ਵਿੱਚ ਜਿੰਨੇ ਵੀ ਸਨਾਤਨ ਧਰਮ ਹੈ ਇਹਨਾਂ ਸਾਰਿਆਂ ਦਾ ਇੱਕ ਹੈੱਡ ਇੱਕ ਲੀਡਰ ਬਣਾ ਕੇ ਭੇਜੇ ਗਏ ਨੇ ਵੀ ਦਿੱਲੀ ਦਰਬਾਰ ਦੇ ਵਿੱਚ ਜਾ ਕੇ ਜੋ ਤੁਸੀਂ ਫੈਸਲਾ ਕਰੋਗੇ ਸਾਨੂੰ ਮਨਜ਼ੂਰ ਹੈ। ਔਰ ਉਹਨਾਂ ਲੋਕਾਂ ਨੇ ਵੀ ਗੁਰੂ ਤੇਗ ਬਹਾਦਰ ਤੇ ਬਹੁਤ ਵੱਡਾ ਭਰੋਸਾ ਸੀ ਸਤ ਸੰਗਤ ਕਿ ਜਿਹੜੇ ਗੁਰੂ ਤੇਗ ਬਹਾਦਰ ਨੇ ਕਦੇ ਵੀ ਸਾਡੇ ਧਾਰਮਿਕ ਚਿੰਨ੍ਹ ਜਾਂ ਸਾਡੇ ਧਰਮ ਨਾਲ ਖਿਲਵਾੜ ਨਹੀਂ ਕਰ ਸਕਦੇ। ਹੈ ਬੜੀ ਵੱਡੀ ਗੱਲ ਸੀ। ਉਹ ਵੀ ਇੱਕ ਸਜਦਾ ਦੇ ਪਾਤਰ ਨੇ ਜੀ, ਉਹ ਸਨਾਤਨ ਧਰਮ ਦੇ ਉਹ ਕਸ਼ਮੀਰੀ ਪੰਡਤ। ਕਿੰਨਾ ਵੱਡਾ ਭਰੋਸਾ ਹੈ ਸਤ ਸੰਗਤ ਵੀ ਆਪਣਾ ਧਰਮ ਹੀ ਉਹਨਾਂ ਦੀ ਝੋਲੀ 'ਚ ਪਾ ਦੇਣਾ ਵੀ ਜਾਓ ਜੋ ਤੁਸੀਂ ਫੈਸਲਾ ਕਰੋਗੇ ਸਾਨੂੰ ਮਨਜ਼ੂਰ ਹੈ। ਪਤਾ ਉਹਨਾਂ ਨੂੰ ਵੀ ਸੀ ਵੀ ਜੇ ਕਿਤੇ ਗੁਰੂ ਤੇਗ ਬਹਾਦਰ ਮਹਾਰਾਜ ਉੱਥੇ ਜਾ ਕੇ ਫੈਸਲਾ ਉਹਨਾਂ ਦੀ ਇੱਛਾ ਦੇ ਅਨੁਸਾਰ ਗਲਤ ਕਰਕੇ ਆ ਜਾਂਦੇ, ਮੰਨਣਾ ਉਹ ਵੀ ਉਹਨਾਂ ਨੂੰ ਪੈਣਾ ਸੀ, ਪਰ ਉਹਨਾਂ ਨੂੰ ਪੂਰਾ ਭਰੋਸਾ ਸੀ। ਔਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਵੀ ਬਾਕਮਾਲ ਭਰੋਸਾ ਦਿਵਾਉਂਦੇ ਇੱਕ ਗੱਲ ਕਹੀ ਸੀ ਕਿ ਬੱਚਿਓ ਘਰੀ ਜਾਓ ਸੀਸ ਦੇ ਕੇ ਸਿਰ ਨਿਭਾਵਾਂਗਾ ਮੈਂ, ਹਿੰਦੂ ਧਰਮ ਦੇ ਬੁਝਦੇ ਦੀਵੇ ਅੰਦਰ ਖੂਨ ਆਪਣੇ ਲਹੂ ਦਾ ਪਾਵਾਂਗਾ ਮੈਂ, ਪਾਇਆ ਖੂਨ ਆਪਣੀ ਲਹੂ ਦਾ ਤਾਈਓ ਭਾਰਤ ਵਰਸ਼ ਦਾ ਅੱਜ ਮੱਚਦਾ ਹੈ, ਹਿੰਦੂ ਧਰਮ ਦੇ ਮੰਦਰ ਅੰਦਰ ਬਲਦੇ ਦੀਵੇ ਵਿੱਚ ਖੂਨ ਅੱਜ ਵੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਬਲਦਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਨੇ ਭਰੋਸਾ ਦੇ ਕੇ ਬਈ ਤੁਹਾਡੇ ਜੇ ਦੀਵੇ ਬੁਝਾਏ ਜਾ ਰਹੇ ਨੇ ਇਹਦੇ ਵਿੱਚ ਮੈਨੂੰ ਭਾਵੇਂ ਆਪਣਾ ਖੂਨ ਕਿਉਂ ਨਾ ਪਾਣਾ ਪਵੇ, ਇਹਦੇ ਉੱਤੇ ਜਿਹੜੀ ਬੱਤੀ ਹੈ ਦੀਵੇ ਦੀ ਭਾਵੇਂ ਮੈਨੂੰ ਆਪਣੇ ਆਂਦਰਾਂ ਦੀ ਬੱਤੀ ਕਿਉਂ ਨਾ ਬਾਲਣੀ ਪਵੇ, ਪਰ ਮੈਂ ਤੁਹਾਡਾ ਦੀਵਾ ਬੁਝਣ ਨਹੀਂ ਦਿਆਂਗਾ। ਤੁਹਾਡੇ ਧਰਮ ਦਾ ਜਿਹੜਾ ਹੈ ਉਹ ਮੈਂ ਇਸ ਤਰ੍ਹਾਂ ਨਾਸ ਨਹੀਂ ਹੋਣ ਦਿਆਂਗਾ। ਉਹ ਇਸੇ ਕਰਕੇ ਬੜੇ ਕਮਾਲ ਦੀ ਕਵੀ ਸਫਰੀ ਸਾਹਿਬ ਦੀਆਂ ਲਾਈਨਾਂ ਨੇ। ਉਹ ਕਹਿੰਦਾ ਤੇਗ ਬਹਾਦਰ ਨੇ ਇਸ ਸ਼ਮਾ ਵਿੱਚ ਖੂਨ ਆਪਣੇ ਗੋਬਿੰਦ ਸਿੰਘ ਨੇ ਇੱਕ ਸ਼ਮਾ ਵਿੱਚ ਖੂਨ ਆਪਣੇ ਬਾਪੂ ਦਾ ਪਾਇਆ, ਆਂਦਰਾਂ ਦੀ ਪਾਵਤੀ ਇਸ ਜੋਤ ਨੂੰ ਜਗਾਇਆ। ਕਹਿੰਦੇ ਆਂਦਰਾਂ ਦੀ ਬੱਤੀ ਪਾਈ ਗੁਰੂ ਤੇਗ ਬਹਾਦਰ ਮਹਾਰਾਜ ਨੇ ਔਰ ਸਮਝੌਤਾ ਕਰਕੇ ਬੜੀ ਖੁਸ਼ੀ ਖੁਸ਼ੀ ਉਹ ਕਸ਼ਮੀਰੀ ਪੰਡਤ ਆਪਣੇ ਘਰ ਆਏ ਨੇ। ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿੰਨੀ ਵੱਡੀ ਦੇਣ ਹੈ ਵੀ 9 ਸਾਲ ਉਮਰ ਹੈ। ਮੈਂ ਪਹਿਲਾਂ ਵੀ ਇਹ ਗੱਲ ਦੁਹਰਾ ਚੁੱਕਿਆ ਸਤ ਸੰਗਤ। ਜਿੱਦਣ ਗੁਰੂ ਤੇਗ ਬਹਾਦਰ ਮਹਾਰਾਜ ਨੇ ਪਹਿਲੀ ਵਾਰ ਆਪਣੇ ਪੁੱਤਰ ਨੂੰ ਵੇਖਿਆ ਉਦਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਮਰ 3.5 ਸਾਲ ਸੀ। ਉਹ ਜਿੱਦਣ ਅਖੀਰ ਵਾਰ ਆਪਣੇ ਪੁੱਤਰ ਨੂੰ ਵੇਖਿਆ ਉਦਣ ਪੁੱਤਰ ਦੀ ਉਮਰ 9 ਸਾਲ ਦੀ ਹੈ ਜੀ। ਔਰ ਇਕਲੌਤਾ ਬੇਟਾ ਹੈ। ਔਰ ਉਹ ਇਕਲੌਤਾ ਬੇਟਾ ਜਿਹਨੇ 3.5 ਸਾਲ ਦੀ ਉਮਰ 'ਚ ਪਹਿਲੀ ਵਾਰ ਬਾਪ ਵੇਖਿਆ ਅੱਜ 9 ਸਾਲ ਦੀ ਉਮਰ ਹੈ। ਔਰ ਬਾਪ ਨੂੰ ਬੜੀ ਕਮਾਲ ਦੀ ਇੱਕ ਗੱਲ ਕਹਿੰਦੇ ਨੇ ਕਿ ਤੁਹਾਡੇ ਵਰਗਾ ਹੋਰ ਕਿਹੜਾ ਮਹਾਨ ਦੁਨੀਆ ਤੇ ਬੇਸ਼ੱਕ ਮੈਨੂੰ ਯਤੀਮ ਬਣਾ ਦੇਵੋ, ਮੇਰੇ ਇੱਕ ਯਤੀਮ ਹੋਣ ਦੇ ਬਦਲੇ ਦਾਤਾ ਲੱਖਾਂ ਹਿੰਦੂ ਯਤੀਮ ਛੁਡਾ ਦੇਵੋ, ਹਿੰਦੂ ਧਰਮ ਦੀ ਡੁੱਬਦੀ ਬੇੜੇ ਨੂੰ ਸਤਿਗੁਰੂ ਦੇ ਕੇ ਸ਼ੀਸ਼ ਕਿਨਾਰੇ ਲਾ ਦੇਵੋ। ਕਿੰਨੀ ਕਮਾਲ ਦੀ ਇੱਕ ਸਤ ਸੰਗਤ, ਇੱਕ ਦ੍ਰਿੜਤਾ ਹੈ, ਇੱਕ ਵਿਸ਼ਵਾਸ ਔਰ ਕਿਹੋ ਜਿਹਾ ਇੱਕ ਜਜ਼ਬਾ ਹੈ ਜੀ ਕਿ ਪੂਰੀ ਮਨੁੱਖਤਾ ਨੂੰ ਆਪਣੀ ਗਲਵੱਕੜੀ ਦੇ ਵਿੱਚ ਲੈਣ ਵਾਲਾ। ਹੁਣ ਇੱਥੇ ਇੱਕ ਚੀਜ਼ ਤੁਸੀਂ ਵੇਖਿਓ, ਜੇ ਇਹਨੂੰ ਅਸੀਂ ਕਿਸੇ ਧਾਰਮਿਕ ਇੱਕ ਚਿੰਨ੍ਹ ਦੇ ਉੱਤੇ ਲਿਆ ਕੇ ਇਹਨੂੰ ਖੜਾ ਕਰ ਦਈਏ, ਉਹ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਖਸੀਅਤ ਦੇ ਨਾਲ ਇਨਸਾਫ ਨਹੀਂ ਹੈ ਜੀ, ਉਹਨਾਂ ਦੀ ਸ਼ਹਾਦਤ ਦੇ ਨਾਲ ਇਨਸਾਫ ਨਹੀਂ ਹੈ। ਜੇ ਪਹਿਲੇ ਜਾਮੇ ਦੇ ਵਿੱਚ ਵੇਖੀਏ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਰੂਪ ਦੇ ਵਿੱਚ ਜਦੋਂ ਗੁਰੂ ਤੇਗ ਬਹਾਦਰ ਜੀ ਸਨ,
ਤੇ ਘਰ ਦੇ ਵਿੱਚ 10 ਸਾਲਾਂ ਦਾ ਜਿਹੜਾ ਸਭ ਤੋਂ ਪਹਿਲੀ ਘਰ ਦੇ ਵਿੱਚ ਗੁਰੂ ਸਾਹਿਬ ਦਾ ਆਪਣੇ ਪਰਿਵਾਰ ਵਾਲਿਆਂ ਨਾਲ ਜਿਸ ਗੱਲ ਦੇ ਉੱਤੇ ਵਿਚਾਰ ਹੁੰਦੀ ਹੈ ਉਹ ਕੀ ਸੀ? ਉਹ ਵੀ ਤੇ ਇੱਕ ਧਾਗਾ ਹੀ ਸੀ, ਜਨੇਊ ਸੀ। ਔਰ ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਰੂਪ ਦੇ ਵਿੱਚ ਗੁਰੂ ਤੇਗ ਬਹਾਦਰ ਹੀ ਇਹ ਗੱਲ ਕਹਿ ਰਹੇ ਨੇ, ਕਹਿੰਦੇ ਨੇ ਪੰਡਿਤ ਹਰਦਿਆਲ ਜੀ ਮੈਂ ਪਾਉਣ ਵਾਸਤੇ ਤਿਆਰ ਨਹੀਂ। ਜੇ ਜਬਰੀ ਧੱਕੇ ਦੇ ਨਾਲ ਤੁਸੀਂ ਮੈਨੂੰ ਧਾਗਾ ਪਾਓਗੇ ਮੈਂ ਪਾਉਣ ਵਾਸਤੇ ਤਿਆਰ ਨਹੀਂ ਹਾਂ। ਤੇ ਹੁਣ ਨੌਵੇਂ ਜਾਮੇ ਦੇ ਵਿੱਚ ਗੁਰੂ ਤੇਗ ਬਹਾਦਰ ਉਹੀ ਗੱਲ ਕਹਿੰਦੇ, ਕਹਿੰਦੇ ਔਰੰਗਜ਼ੇਬ ਉਂਝ ਆਪਣੀ ਮਰਜ਼ੀ ਦੇ ਨਾਲ ਕੋਈ ਇਹ ਧਾਗਾ ਲਾ ਕੇ ਤਬੀਤ ਲਾਏ ਗੱਲ ਵੱਖਰੀ ਹੈ, ਪਰ ਜੇ ਤੂੰ ਧੱਕੇ ਦੇ ਨਾਲ ਕਿਸੇ ਦਾ ਧਾਰਮਿਕ ਚਿੰਨ੍ਹ ਲਵਾਏਗਾ ਮੈਂ ਲਵਾਉਣ ਵਾਸਤੇ ਵੀ ਤਿਆਰ ਨਹੀਂ। ਜੇ ਪਹਿਲੇ ਜਾਮੇ ਦੇ ਵਿੱਚ ਮੈਂ ਪਾਉਣ ਵਾਸਤੇ ਤਿਆਰ ਨਹੀਂ, ਔਰ ਮੈਂ ਗੱਲ ਕਹਿਤੀ ਸੀ ਪੰਡਤ ਮੁੱਲਾ ਜੋ ਲਿਖਦੀ ਆ ਛਾੜ ਚਲੇ ਹਮ ਕਛੂ ਨਾ ਲਿਆ। ਪਰ ਇੱਥੇ ਗੱਲ ਸਾਧ ਸੰਗਤ ਕਿਸੇ ਧਾਗੇ ਜਾਂ ਕਿਸੇ ਇੱਕ ਧਰਮ ਦੀ ਨਹੀਂ, ਇੱਥੇ ਗੱਲ ਇਨਸਾਨੀਅਤ ਦੀ ਸੀ। ਜੇ ਇਨਸਾਨੀਅਤ ਦੇ ਉੱਤੇ ਧੱਕਾ ਹੋਵੇਗਾ ਤੇ ਉਹ ਇਨਸਾਨੀਅਤ ਦਾ ਧੱਕਾ ਜਿਹੜਾ ਗੁਰੂ ਨਾਨਕ ਦੇ ਘਰ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਏਗਾ। ਗੁਰੂ ਤੇਗ ਬਹਾਦਰ ਮਹਾਰਾਜ ਨੇ ਅਖੀਰ ਸਾਰੀ ਸੰਗਤ ਦੇ ਨਾਲ ਸਤਸੰਗਤ ਸਲਾਹ ਮਸ਼ਵਰਾ ਕਰਕੇ ਆਪ ਦਿੱਲੀ ਵੱਲ ਜਾ ਕੇ ਔਰੰਗਜ਼ੇਬ ਦੇ ਨਾਲ ਜਿਹੜੀ ਉੱਥੇ ਬੈਠ ਕੇ ਇਹ ਵਿਚਾਰ ਕਰਕੇ ਪੂਰੇ ਦਾ ਪੂਰਾ ਪ੍ਰੋਗਰਾਮ ਜਿਹੜਾ ਸੀ ਪਹਿਲਾਂ ਲਿਖਿਆ। ਔਰ ਜਿਸ ਧਰਤੀ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਮੁੱਲ ਖਰੀਦਿਆ ਸੀ, ਅੱਜ ਉਸੇ ਧਰਤੀ ਜਿਸ ਧਰਤੀ ਦਾ ਨਾਮ ਚੱਕ ਮਾਤਾ ਨਾਨਕੀ ਸੀ, ਉਸੇ ਧਰਤੀ ਨੂੰ ਗੁਰੂ ਪਾਤਸ਼ਾਹ ਆਖਰੀ ਵਾਰ ਸਜਦਾ ਕਰ ਰਹੇ ਨੇ ਜੀ। ਪਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਵੀ ਹੈ ਕਿ ਦਿੱਲੀ ਦੇ ਵਿੱਚ ਉਹਨਾਂ ਨਾਲ ਕੀ ਵਾਪਰਨਾ ਹੈ। ਔਰ ਉਹ ਮਾਤਾ ਜਿਸ ਮਾਤਾ ਦੇ ਨਾਮ ਦੇ ਨਾਲ ਸਤਸੰਗਤ ਉਹ ਧਰਤੀ ਉਸ ਸ਼ਹਿਰ ਦਾ ਨਾਮ ਰੱਖਿਆ ਗਿਆ ਸੀ ਨਾ, ਉਹ ਮਾਤਾ ਵੀ ਸਰੀਰ ਕਰਕੇ ਮੌਜੂਦ ਨੇ ਜੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਮਾਤਾ ਮਾਤਾ ਨਾਨਕੀ ਜੀ ਅਖੀਰ ਬਾਅਦ ਆਪਣੀ ਮਾਤਾ ਦੇ ਚਰਨਾਂ ਨੂੰ ਨਕਮਸਤਕ ਹੁੰਦੇ ਨੇ ਗੁਰੂ ਤੇਗ ਬਹਾਦਰ ਮਹਾਰਾਜ। ਤੇ ਜਦੋਂ ਦਿੱਲੀ ਵਾਲੇ ਪਾਸੇ ਜਾਂਦੇ ਨੇ ਤੇ ਮਾਤਾ ਵੀ ਇੱਕ ਗੱਲ ਕਹਿੰਦੀ, ਕਹਿੰਦੀ ਬੇਟਾ ਜਿਸ ਤਰ੍ਹਾਂ ਤੇਰਾ ਸੀਸ ਇਸ ਵਕਤ ਚਮਕਦਾ, ਮੈਂ ਚਾਹੁੰਦੀ ਹਾਂ ਬਈ ਇਸੇ ਤਰ੍ਹਾਂ ਤੇਰਾ ਸੀਸ ਚਮਕਦਾ ਹੋਇਆ ਵਾਪਸ ਆਵੇ। ਜਿੱਦਾਂ ਤੇਰੇ ਚਿਹਰੇ ਦੇ ਉੱਤੇ ਅੱਜ ਇੱਕ ਖੁਸ਼ੀ ਹੈ ਵੀ ਮੈਂ ਕਿਸੇ ਦੀ ਬਾਂਹ ਫੜਨ ਦੇ ਵਾਸਤੇ, ਕਿਸੇ ਮਨੁੱਖਤਾ ਦੀ ਰਾਖੀ ਦੇ ਵਾਸਤੇ ਇਸ ਚੰਗੇ ਕੰਮ ਦੇ ਉੱਤੇ ਜਾ ਰਿਹਾ, ਮੈਂ ਚਾਹੁੰਦੀ ਹਾਂ ਜਦੋਂ ਵਾਪਸ ਤੇਰਾ ਸੀਸ ਆਵੇ, ਜਿੱਦਾਂ ਵਾਪਸ ਤੂੰ ਆਵੇਂ ਤੇਰਾ ਸੀਸ ਇਸੇ ਤਰ੍ਹਾਂ ਚਮਕਦਾ ਰਹੇ, ਇਸੇ ਤਰ੍ਹਾਂ ਉਹਦੇ ਉੱਪਰ ਜਿਹੜੀ ਹੈ ਨਾ ਇਹ ਮੁਸਕਾਨ ਰਹੇ। ਦਿੱਲੀ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜਾਂਦੇ ਨੇ, ਗੁਰਸਿੱਖ ਨਾਲ ਨੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਧੰਨ ਨੇ ਗੁਰਸਿੱਖ ਜੀ। ਇਹਨਾਂ ਗੁਰਸਿੱਖਾਂ ਦੇ ਨਾਲ ਹੀ ਸਤਸੰਗਤ ਭਾਈ ਉਦੇ ਜੀ ਨੇ, ਭਾਈ ਜੀ ਜੈਤਾ ਜੀ ਨੇ। ਔਰ ਦਿੱਲੀ ਦੇ ਵਿੱਚ ਬੜੇ ਸਿੱਖ ਨੇ ਜੀ, ਭਾਈ ਲੱਖੀ ਸ਼ਾਹ ਬਣਜਾਰਾ, ਭਾਈ ਮਨੀ ਸਿੰਘ ਜੀ ਦੇ ਸਹੁਰਾ ਨੇ, ਇਹ ਦਿੱਲੀ ਦੇ ਵਿੱਚ ਮੌਜੂਦ ਨੇ। ਹੋਰ ਗੁਰਸਿੱਖ ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਮੇਂ ਤੋਂ ਹੀ ਦਿੱਲੀ ਦੇ ਵਿੱਚ ਜਿਹੜੀ ਸੀ ਨਾ ਉਹ ਸਿੱਖੀ ਪ੍ਰਤੱਖ ਸੀ। ਇਹ ਸਾਰੇ ਗੁਰਸਿੱਖ ਪੂਰਾ ਪ੍ਰੋਗਰਾਮ ਬਣਦਾ ਹੈ। ਔਰ ਗੁਰੂ ਤੇਗ ਬਹਾਦਰ ਜਾਂਦੇ ਨੇ, ਸੰਖੇਪ ਅਸੀਂ ਕਿਉਂਕਿ ਬਹੁਤਾ ਲੰਬਾ ਇਸ ਵਿਸ਼ੇ ਨੂੰ ਨਾ ਲੈ ਕੇ ਜਾਈਏ। ਹੁਣ ਜਦੋਂ ਦਿੱਲੀ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜਾ ਕੇ ਗੁਰੂ ਤੇਗ ਬਹਾਦਰ ਜੀ ਦੀ ਗ੍ਰਿਫਤਾਰੀ ਹੁੰਦੀ ਹੈ, ਇਸ ਗ੍ਰਿਫਤਾਰੀ ਤੋਂ ਬਾਅਦ ਇਹ ਨਹੀਂ ਹੈ ਵੀ ਗੁਰੂ ਸਾਹਿਬ ਨੂੰ ਜਾਂਦੇ ਹੀ ਕਿਤੇ ਸ਼ਹੀਦ ਕਰ ਦਿੱਤਾ ਗਿਆ, ਬਲਕਿ ਇਸ ਗ੍ਰਿਫਤਾਰੀ ਤੋਂ ਬਾਅਦ ਉੱਥੇ ਦਿੱਲੀ ਦੇ ਵਿੱਚ ਲੰਬਾ ਸਮਾਂ ਜਿਹੜੇ ਨੇ ਉਹ ਇਸ ਗੱਲ ਦੇ ਉੱਤੇ ਵਿਚਾਰਾਂ ਹੁੰਦੀਆਂ ਨੇ ਕਿ ਵੀ ਤੁਸੀਂ ਕੁੱਲ ਹਿੰਦੁਸਤਾਨ ਦੇ ਹਿੰਦੂ ਧਰਮ ਦੇ ਵਾਰਸਾਂ ਦੇ ਨੁਮਾਇੰਦੇ ਬਣ ਕੇ ਆਏ ਹੋ ਤੇ ਸਾਡਾ ਮਕਸਦ ਤੁਹਾਨੂੰ ਮਾਰਨਾ ਨਹੀਂ ਹੈ ਜੀ। ਜੇ ਸਾਡਾ ਮਕਸਦ ਤੁਹਾਨੂੰ ਮਾਰਨਾ ਹੁੰਦਾ ਤੇ ਅਸੀਂ ਤੁਹਾਡੇ ਸਾਹਮਣੇ ਇੰਨੇ ਆਫਰ ਰੱਖਦੇ ਹੀ ਨਹੀਂ। ਜਦੋਂ ਕੋਈ ਕਿਸੇ ਨੂੰ ਮਾਰਦਾ ਸਾਧ ਸੰਗਤ ਤੇ ਉਹਦੇ ਸਾਹਮਣੇ ਬਹੁਤ ਹੀ ਜ਼ਿਆਦਾ ਜਿਹੜੀ ਲਿਸਟ ਨਹੀਂ ਰੱਖੀ ਜਾਂਦੀ ਜਿਹਨੂੰ ਮਾਰਨਾ। ਇਹ ਆਪਸ਼ਨ ਉਹਦੇ ਸਾਹਮਣੇ ਰੱਖੇ ਜਾਂਦੇ ਨੇ ਜਿਹਨੂੰ ਮਕਸਦ ਮਾਰਨਾ ਨਹੀਂ ਹੋਵੇ, ਜਿਹਨੂੰ ਮਕਸਦ ਝੁਕਾਉਣਾ ਹੋਵੇ। ਤੁਸੀਂ ਸਾਹਿਬਜ਼ਾਦਿਆਂ ਦਾ ਵੀ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਜਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਪੜ੍ਹਦੇ ਹਾਂ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਾਦਾ ਨੇ ਗੁਰੂ ਅਰਜਨ ਸਾਹਿਬ ਮਹਾਰਾਜ, ਔਰ ਉਹਨਾਂ ਦੇ ਸਾਹਮਣੇ ਆਪਸ਼ਨ ਨੇ। ਲਾਹੌਰ ਦੇ ਵਿੱਚ ਨਖਾਸ ਚੌਕ ਦੇ ਵਿੱਚ ਉਹਨਾਂ ਦੇ ਸਾਹਮਣੇ ਵੀ ਆਪਸ਼ਨ ਨੇ ਬਈ ਜਾਂ ਤੇ ਤੁਸੀਂ ਇੱਥੇ ਸਾਨੂੰ ਕੋਈ ਕਰਾਮਾਤ ਕਰਕੇ ਦੱਸੋ, ਜਾਂ ਤੁਸੀਂ ਆਪਣੇ ਦੀਨ ਨੂੰ ਛੱਡ ਕੇ ਇਹ ਗੱਲ ਮੰਨੋ ਵੀ ਜਿਹੜਾ ਦੀਨ ਤੁਸੀਂ ਚਲਾਇਆ ਹੈ, ਜਿਹਨੂੰ ਸ਼ੁਰੂ ਤੋਂ ਤੁਸੀਂ ਦੁਕਾਨੇ ਬਾਤਲ ਕਿਹਾ ਜਾਂਦਾ ਸੀ, ਵੀ ਜਿਹੜੀ ਤੁਸੀਂ ਝੂਠ ਦੀ ਦੁਕਾਨ ਚਲਾਈ ਹੈ, ਵੱਖਰਾ ਇੱਕ ਮਾਰਗ ਚਲਾਇਆ, ਜਾਂ ਤੇ ਗੱਲ ਮੰਨੋ ਵੀ ਇਹ ਝੂਠ ਹੈ, ਇਸਲਾਮ ਦੇ ਸ਼ਹਿਰੇ ਦੇ ਵਿੱਚ ਤੁਸੀਂ ਵੀ ਆ ਜਾਓ, ਜਾਂ ਤੇ ਇਸ ਗੱਲ ਨੂੰ ਮੰਨੋ। ਨਹੀਂ ਅਗਰ ਇਸ ਗੱਲ ਨੂੰ ਮੰਨਦੇ ਤੇ ਫਿਰ ਤੀਜੀ ਚੀਜ਼ ਸਾਡੀ ਮੰਨੋ, ਫਿਰ ਤੁਹਾਨੂੰ ਮੌਤ ਕੁਰਬਾਨ ਕਰਨੀ ਪੈਣੀ ਹੈ ਜੀ। ਹੁਣ ਗੁਰੂ ਪਾਤਸ਼ਾਹ ਉੱਥੇ ਤਿੰਨੇ ਆਪਸ਼ਨਾਂ ਹੋਣ ਦੇ ਬਾਵਜੂਦ ਵੀ ਇੱਕ ਗੱਲ ਕਹਿੰਦੇ ਨੇ ਦੇਖ ਜੇ ਤੇ ਮੈਂ ਇੱਥੇ ਕਰਾਮਾਤ ਦੱਸੀ ਨਾ, ਮੇਰੀ ਕਰਾਮਾਤ ਦੱਸਣ ਨਾਲ ਮੇਰੇ ਧਰਮ ਦੀ, ਮੇਰੇ ਆਉਣ ਵਾਲੇ ਜਿਹੜੀ ਮੇਰੀ ਉਮਤ ਹੈ, ਇਹਨਾਂ ਸਾਰਿਆਂ ਦਾ ਵਿਸ਼ਵਾਸ ਕਰਾਮਾਤਾਂ ਤੇ ਬਣ ਜਾਏਗਾ। ਤੇ ਜਿਨ੍ਹਾਂ ਦਾ ਵਿਸ਼ਵਾਸ ਕਰਾਮਾਤਾਂ ਤੇ ਹੋ ਜਾਂਦਾ ਨਾ, ਉਹ ਲੋਕੀ ਸਰੀਰ ਕਰਕੇ ਭਾਵੇਂ ਜਾਗਦੇ ਨੇ ਪਰ ਆਤਮਿਕ ਤੌਰ ਤੇ ਉਹ ਲੋਕੀ ਮਰੇ ਹੁੰਦੇ ਨੇ।
ਤੇ ਮੈਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਆਤਮਿਕ ਤੌਰ ਤੇ ਮਰਨ ਨਹੀਂ ਦੇਣਾ ਚਾਹੁੰਦਾ ਜੀ। ਮੈਂ ਉਹਨਾਂ ਨੂੰ ਕਰਾਮਾਤਾਂ ਤੇ, ਉਹ ਗੱਲ ਵੱਖਰੀ ਹੈ, ਸਤ ਸੰਗਤ ਗੁਰੂ ਤੇਗ ਬਹਾਦਰ ਮਹਾਰਾਜ ਨੇ ਇਸ ਕਰਾਮਾਤ ਨੂੰ ਸੈਪਟ ਨਹੀਂ ਕੀਤਾ। ਤਤੀ ਤਵੀ ਨੂੰ ਵਾਹਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਤਤੀ ਤਵੀ ਨੂੰ ਸੈਪਟ ਕਰ ਲਿਆ ਸੀ। ਕਹਿੰਦੇ ਮੈਂ ਕਰਾਮਾਤ ਨਹੀਂ। ਅੱਜ ਵੀ ਸਾਡਾ ਸਮਾਜ ਕਰਾਮਾਤਾਂ ਤੇ ਭਰੋਸਾ ਰੱਖਦਾ ਜੀ। ਕਰਾਮਾਤਾਂ ਹੀ ਨੇ ਜੀ। ਮਾਤਾ ਦੇ ਗਰਭ ਦੇ ਵਿੱਚ ਬੱਚੀ ਹੈ, ਸ਼ਾਇਦ ਕੋਈ ਕਰਾਮਾਤ ਕਰਕੇ ਕੋਈ ਸਾਧ ਬਾਬਾ ਕਿਸੇ ਸੇਵ ਸੰਤਰੇ ਦੇ ਨਾਲ ਉਸ ਬੱਚੀ ਦੀ ਜਗ੍ਹਾ ਬੱਚਾ ਹੋ ਜਾਏ ਘਰ ਦੇ ਵਿੱਚ। ਕਰਾਮਾਤੀ ਤੇ ਬਣਾਈ ਹੋਈ ਹੈ ਨਾ ਕਿ ਅਸੀਂ ਬਹੁਤ ਵੱਡੇ ਦੁੱਖ 'ਚ ਘਿਰੇ ਹਾਂ ਤੇ ਸ਼ਾਇਦ ਕੋਈ ਮਨੁੱਖ ਆ ਕੇ ਸਾਨੂੰ ਇੱਦਾਂ ਦੀ ਕਰਾਮਾਤ ਕਰਦੇ, ਇਸ ਸਮੱਸਿਆ ਤੋਂ ਕੱਢ ਦੇ। ਨਹੀਂ ਸਾਧ ਸੰਗਤ, ਇਹ ਸਾਡੇ ਮਨ 'ਚ ਭੁਲੇਖਾ ਜੀ। ਇਹ ਸਭ ਕੁਝ ਕਰਨ ਵਾਲਾ ਦੱਦਾ ਦਾਤਾ ਏਕ ਹੈ। ਉਹ ਇੱਕ ਮਾਲਕ ਹੈ ਜੀ, ਸਭ ਕੁਝ ਕਰਨ ਵਾਲਾ ਉਹੀ ਹੈ। ਉਸ ਤੋਂ ਇਲਾਵਾ ਸੰਸਾਰ ਦੇ ਵਿੱਚ ਦੂਜਾ ਨਹੀਂ। ਸਾਡੇ ਮਨ 'ਚ ਭੁਲੇਖਾ ਹੈ ਸ਼ਾਇਦ ਇਹਨਾਂ ਕਰਾਮਾਤਾਂ। ਔਰ ਬੜੇ ਲੋਕੀ ਦੁਕਾਨਾਂ ਖੋਲ੍ਹ ਕੇ ਬੈਠੇ ਹੋਏ ਨੇ ਜੀ, ਥਾਵਾਂ ਥਾਵਾਂ ਤੇ ਦੁਕਾਨਾਂ ਖੁੱਲ੍ਹੀਆਂ ਹੋਈਆਂ ਨੇ। ਸਾਡੀ ਬੇਵਿਸ਼ਵਾਸੀ ਹੈ ਜੀ, ਬੇਵਿਸ਼ਵਾਸੀ। ਮਾਫ ਕਰਨਾ, ਅੱਜ ਜਿਹੜੀਆਂ ਚੱਪੇ ਚੱਪੇ ਤੇ ਦੁਕਾਨਾਂ ਖੁੱਲ੍ਹੀਆਂ ਨੇ ਨਾ, ਇਹਦੇ ਪਿੱਛੇ ਸਿਰਫ ਸਾਡੀ ਬੇਵਿਸ਼ਵਾਸੀ। ਕਾਸ਼ ਕਿਤੇ ਸਾਨੂੰ ਵਿਸ਼ਵਾਸ ਗੁਰੂ ਤੇ ਬਣ ਜਾਂਦਾ ਨਾ। ਕਿੱਦਾਂ ਵਿਸ਼ਵਾਸ ਹੈ ਜੀ? ਗਾਂ ਭਾਈ ਮੈਂ ਸਤੀਦਾਸ ਮਤੀਦਾਸ ਜੀ ਦੇ ਜੀਵਨ ਦੀ ਗੱਲ ਕਰਨੀ। ਇਹ ਵਿਸ਼ਵਾਸ ਹੈ। ਔਰ ਧਰਮ ਜਿਹੜਾ ਖੜਾ ਹੀ ਵਿਸ਼ਵਾਸ ਦੇ ਉੱਤੇ ਹੈ ਜੀ। ਜਿੱਥੇ ਵਿਸ਼ਵਾਸ ਨਹੀਂ ਉੱਥੇ ਭਰੋਸਾ ਨਹੀਂ, ਉੱਥੇ ਧਰਮ ਨਹੀਂ। ਇਹ ਇੱਕ ਇਹੋ ਜਿਹਾ ਵਿਸ਼ੇ ਹੈ। ਤੁਸੀਂ ਸੰਸਾਰ ਦੇ ਵਿੱਚ ਕੋਈ ਚੀਜ਼ ਲੈਣ ਜਾਂਦੇ ਹੋ ਨਾ, ਮੰਨ ਲਓ ਵੀ ਤੁਸੀਂ ਕੋਈ ਚੀਜ਼ ਲੈਣ, ਤੁਸੀਂ ਟੈਲੀਵਿਜ਼ਨ ਲੈਣ ਚਲੇ ਗਏ, ਤੁਸੀਂ LED, ਤੁਸੀਂ ਫੋਨ ਲੈਣ ਚਲੇ ਗਏ। ਉਹ ਜਾਂਦੇ ਜਦੋਂ ਉਹਦੇ ਫੀਚਰ ਦੱਸਦਾ ਨਾ, ਤੁਸੀਂ ਕਹਿੰਦੇ ਜੀ ਇਦਾਂ ਗੱਲ ਨਹੀਂ, ਪਹਿਲਾਂ ਮੈਂ ਇਹਨੂੰ ਵਰਤਾਂਗਾ, ਵਰਤਣ ਤੋਂ ਬਾਅਦ ਮੈਂ ਇਹਦੇ ਤੇ ਵਿਸ਼ਵਾਸ ਕਰਾਂਗਾ। ਫਿਰ ਜਦੋਂ ਤੁਸੀਂ ਵਰਤਦੇ ਹੋ ਨਾ, ਜੇ ਤੁਹਾਨੂੰ ਚੀਜ਼ ਵਧੀਆ ਲੱਗੇ, ਤੁਸੀਂ ਉਹਦੇ ਤੇ ਵਿਸ਼ਵਾਸ ਕਰਦੇ ਹੋ, ਦੱਸਾਂ ਨੂੰ ਦੱਸਦੇ ਹੋ ਵੀ ਫਲਾਣੇ ਥਾਂ ਤੋਂ ਲੈ ਕੇ ਆਈ, ਮੈਂ ਵਰਤ ਕੇ ਵੇਖੀ। ਪਰ ਧਰਮ ਇੱਕ ਇਹੋ ਜਿਹਾ ਮਾਰਗ ਹੈ ਜੀ, ਇਹਦੇ ਤੇ ਪਹਿਲਾਂ ਵਿਸ਼ਵਾਸ ਕਰਨਾ ਪੈਂਦਾ, ਬਾਅਦ 'ਚ ਤੁਰਨਾ। ਬਗੈਰ ਵਿਸ਼ਵਾਸ ਤੋਂ ਗੱਲ ਨਹੀਂ। ਇਹ ਸਾਡੀ ਬੇਵਿਸ਼ਵਾਸੀ ਸੀ। ਕਿੰਨਾ ਵੱਡਾ ਵਿਸ਼ਵਾਸ ਸੀ ਉਹਨਾਂ ਕਸ਼ਮੀਰੀ ਪੰਡਤਾਂ ਦਾ। ਧਰਮੀ ਗੁਰੂ ਤੇਗ ਬਹਾਦਰ ਦੀ ਝੋਲੀ 'ਚ ਪਾ ਕੇ ਆਏ। ਸਾਡੀਆਂ ਬੇਵਿਸ਼ਵਾਸੀਆਂ ਨੇ ਥਾਂ ਥਾਂ ਤੇ ਸਤਸੰਗ ਤੇ ਡੇਰੇ ਖੜੇ ਕਰਦੇ ਜੀ। ਇੰਨੀ ਸਾਡੀ ਆਬਾਦੀ ਨਹੀਂ ਹੈ ਜੀ ਜਿੰਨਾ ਅੱਜ ਸਾਡੇ ਸਮਾਜ 'ਚ ਡੇਰਾ ਆਬਾਦ ਹੋ ਗਿਆ। ਸਾਡੀ ਬੇਵਿਸ਼ਵਾਸੀ ਨੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਮਨੁੱਖ ਜਿਹੜੇ ਨੇ, ਮਨੁੱਖ, ਉਹਨਾਂ ਦੀ ਪੂਜਾ ਕਰਵਾਉਣੀ ਸ਼ੁਰੂ ਕਰਤੀ। ਸਾਡੀ ਬੇਵਿਸ਼ਵਾਸੀ ਗੁਰੂ ਗ੍ਰੰਥ ਸਾਹਿਬ ਦੀ ਗੋਦ ਦੇ ਵਿੱਚ ਧਾਗਿਆਂ ਤਵੀਤਾਂ ਦੇ ਵਿੱਚ ਕੌਮ ਪਰੋ ਦਿੱਤੀ ਜੀ। ਬਾਹਾਂ ਤੋਂ ਸ਼ੁਰੂ ਕੀਤਾ, ਪੈਰਾਂ ਤੱਕ ਧਾਗੇ ਆ ਗਏ। ਸਾਡੀ ਬੇਵਿਸ਼ਵਾਸੀ। ਸਾਡੀਆਂ ਬੇਵਿਸ਼ਵਾਸੀਆਂ ਨੇ ਚੱਪੇ ਚੱਪੇ ਦੇ ਉੱਤੇ ਸਾਡੇ ਕੋਲੋਂ ਬੁੱਤਖਾਨੇ ਬਣਵਾ ਦਿੱਤੇ ਜੀ। ਪਤਾ ਨਹੀਂ ਕੌਣ ਰੁੱਟ ਚਾੜੇ ਉਹਨਾਂ ਤੇ, ਕੌਣ ਉਹਨਾਂ ਤੇ ਕੱਪੜੇ ਚਾੜਦਾ ਹੈ। ਸਾਡੀ ਬੇਵਿਸ਼ਵਾਸੀ ਹੈ। ਬਸ ਉਹ ਬੇਵਿਸ਼ਵਾਸੀ ਗੁਰੂ ਤੇਗ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਜੇ ਮੈਂ ਅੱਜ ਇੱਥੇ ਕਰਾਮਾਤਾਂ ਦੇ ਚੱਕਰ 'ਚ ਪੈ ਗਿਆ ਤੇ ਮੇਰੇ ਧਰਮ 'ਚ ਬੇਵਿਸ਼ਵਾਸ ਪੈਦਾ ਹੋ ਜਾਏਗਾ ਲੋਕਾਂ ਦਾ। ਇੱਕ ਅਕਾਲ ਪੁਰਖ ਤੋਂ ਉੱਠ ਕੇ ਲੋਕੀ ਇਹਨਾਂ ਚੀਜ਼ਾਂ ਦੇ ਚੱਕਰਾਂ 'ਚ ਪੈ ਜਾਣਗੇ। ਮੈਂ ਬੇਵਿਸ਼ਵਾਸੀ ਆਪਣੇ ਧਰਮ 'ਚ ਨਹੀਂ ਪੈਦਾ ਕਰਨਾ ਦੇਣਾ ਚਾਹੁੰਦਾ। ਨੈਗੇਟਿਵਿਟੀ ਮੇਰੇ ਧਰਮ 'ਚ ਨਾ ਹੋਵੇ, ਇਸ ਕਰਕੇ ਮੈਂ ਕਰਾਮਾਤ ਨਹੀਂ ਦੱਸ ਸਕਦਾ। ਜੇ ਮੈਂ ਕਰਾਮਾਤ ਦੱਸਾਂਗਾ ਮੇਰੇ ਧਰਮ ਦੀ ਆਤਮਿਕ ਮੌਤ ਹੋ ਜਾਏਗੀ। ਉਹ ਕਹਿੰਦੇ ਜੀ ਕਰਾਮਾਤ ਨਹੀਂ ਦੱਸ ਸਕਦੇ ਤੇ ਫਿਰ ਇੱਕ ਕੰਮ ਕਰੋ, ਆਪਣਾ ਧਰਮ ਛੱਡ ਕੇ ਸਾਡੇ ਦੀਨ ਨੂੰ ਕਬੂਲ ਕਰ ਲਓ। ਉਹ ਕਹਿੰਦੇ ਜੇ ਮੈਂ ਆਪਣਾ ਧਰਮ ਛੱਡ ਕੇ ਤੁਹਾਡੇ ਦੀਨ ਨੂੰ ਕਬੂਲ ਕੀਤਾ ਤੇ ਮੇਰੇ ਧਰਮ ਵਾਲਿਆਂ ਦੀ ਸਰੀਰਕ ਮੌਤ ਹੋ ਜਾਏਗੀ। ਉਹ ਵੀ ਆਪਣੇ ਸਰੀਰਕ ਚਿੰਨ੍ਹ ਛੱਡ ਕੇ, ਉਹ ਆਪਣਾ ਸਰੀਰ ਦੇ ਉੱਤੇ, ਕਿਉਂਕਿ ਇਹ ਨਿਸ਼ਾਨੀ ਹੈ ਜੀ ਹਰ ਇੱਕ ਦੀ। ਹਰ ਇੱਕ ਸਕੂਲ ਦੀ ਜਿੱਦਾਂ ਆਪਣੀ ਆਪਣੀ ਯੂਨੀਫਾਰਮ ਹੁੰਦੀ ਹੈ ਨਾ, ਹਰ ਇੱਕ ਸਕੂਲ ਦੀ ਆਪਣੀ ਪਹਿਚਾਣ ਹੈ। ਇਸੇ ਤਰ੍ਹਾਂ ਜੀ ਜੇ ਮੈਂ ਇੱਥੇ ਤੇਰੀ ਗੱਲ ਨੂੰ ਪ੍ਰਵਾਨ ਕਰਕੇ ਮੌਤ ਦੇ ਕੋਲੋਂ ਡਰ ਜਾਣਾ, ਤੇਰਾ ਦੀਨ ਕਬੂਲ ਕਰਨਾ, ਮੇਰੇ ਤੇ ਆਉਣ ਵਾਲੇ ਸਮੇਂ ਤੇ ਇਹਨਾਂ ਦੀ ਸਰੀਰਕ ਮੌਤ ਹੋ ਜਾਏਗੀ। ਮੈਂ ਚਾਹੁੰਦਾ ਇਹਨਾਂ ਦੀ ਸਰੀਰਕ ਮੌਤ ਵੀ ਨਾ ਹੋਵੇ, ਮੈਂ ਚਾਹੁੰਦਾ ਇਹਨਾਂ ਦੀ ਆਤਮਿਕ ਮੌਤ ਵੀ ਨਾ ਹੋਵੇ। ਹਾਂ, ਮੈਂ ਇੱਕ ਕੰਮ ਕਰਾਂ, ਤੇਰੀ ਤੀਜੀ ਗੱਲ ਮੰਨ ਲਵਾਂ ਨਾ, ਤੇ ਮੇਰੀ ਆਉਣ ਵਾਲੀਆਂ ਨਸਲਾਂ ਦਾ ਸਰੀਰਕ ਮੌਤ ਤੋਂ ਵੀ ਬਚ ਜਾਣਗੀਆਂ, ਆਤਮਿਕ ਮੌਤ ਤੋਂ ਵੀ ਬਚ ਜਾਣਗੀਆਂ। ਤੂੰ ਇਦਾਂ ਕਰ, ਮੈਨੂੰ ਤਵੀ ਤੇ ਬਿਠਾ ਦੇ। ਮੇਰੀ ਤੱਤੀ ਤਵੀ 'ਚ ਬੈਠਣ ਨਾਲ ਮੇਰੀ ਆਉਣ ਵਾਲੀ ਉਮਤ ਦੀ ਸਰੀਰਕ ਮੌਤ ਵੀ ਜਿਹੜੀ ਹੈ ਉਹ ਨਹੀਂ ਹੋਵੇਗੀ, ਉਹਨਾਂ ਦੀ ਆਤਮਿਕ ਮੌਤ ਵੀ ਨਹੀਂ ਹੋਵੇਗੀ ਜੀ। ਮੈਂ ਤੱਤੀ ਤਵੀ ਪ੍ਰਵਾਨ ਕਰਦਾ। ਔਰ ਕਿਆ ਕਮਾਲ ਹੈ ਜੀ, ਤੱਤੀ ਤਵੀ ਤੇ ਗੁਰੂ ਅਰਜਨ ਸਾਹਿਬ ਬੈਠੇ ਨੇ, ਚਰਬੀ ਘੁਲ ਘੁਲ ਕੇ ਤਵੀ ਦੇ ਵਿੱਚ ਡਿੱਗਦੀ ਹੈ। ਸਾਈਂ ਮੀਆਂ ਮੀਰ ਗੁੱਸੇ 'ਚ ਕਹਿੰਦੇ ਸਤਿਗੁਰੂ ਕੀ ਹੋ ਰਿਹਾ? ਮੈਂ ਤੇ ਦਿੱਲੀ ਤੇ ਲਾਹੌਰ ਦੀ ਇੱਟ ਖੜਕਾ ਦਿਆਂਗਾ। ਪਰ ਸਤਿਗੁਰੂ ਕਹਿੰਦੇ ਨਹੀਂ, ਕਹਿੰਦੇ ਉਹ ਪ੍ਰਵਾਹ ਨਾ ਕਰ, ਤੂੰ ਮੇਰੇ ਸਰੀਰ ਦੇ ਉੱਤੇ ਤਕਲੀਫ ਨਾ ਵੇਖ, ਤੂੰ ਵੇਖ ਮੈਂ ਮਨ ਕਰਕੇ ਕਿੰਨਾ ਖੁਸ਼ ਹਾਂ। ਕਿਆ ਹੁਆ ਤਨ ਜਲ ਰਹਾ ਹੈ, ਹਮ ਖੁਸ਼ ਹੈ ਹਰੀ ਨਾਮ ਸੇ। ਉਹ ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ 'ਚ ਨੇ। ਹੁਣ ਉੱਥੇ ਜਿਹੜੀ ਆਪਸ਼ਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਕੋਲ ਹੈ, ਉਹੀ ਤੇ ਗੁਰੂ ਤੇਗ ਬਹਾਦਰ ਦੇ ਕੋਲ ਹੈ ਵੀ ਅਸੀਂ ਤੁਹਾਨੂੰ ਮਾਰਨਾ ਨਹੀਂ ਹੈ, ਮਾਰਨ ਵਾਸਤੇ ਨਹੀਂ ਤੁਹਾਨੂੰ ਇੱਥੇ ਲਿਆਂਦਾ। ਮੁਰਤੀਆ ਖਾਨ ਬੈਠਾ ਹੈ,
ਕਾਜੀ ਅਬਦੁਲ ਵਾਹਿਦ ਬੈਠਾ ਹੈ, ਉਹ ਇੱਕ ਗੱਲ ਕਹਿੰਦਾ ਵੇਖੋ ਸਾਡਾ ਮਕਸਦ ਇੱਥੇ ਜਿਹੜਾ ਨਾ ਇਹ ਆਪਸ ਦੇ ਵਿੱਚ ਬਹਿ ਕੇ ਇੱਕ ਸਮਝ ਲਓ ਕਿ ਸਾਡੀ ਸੈਟਲਮੈਂਟ ਹੋ ਰਹੀ ਹੈ, ਇੱਥੇ ਇੱਕ ਐਗਰੀਮੈਂਟ ਹੋਣਾ ਹੈ ਅੱਜ। ਇਸ ਕਰਕੇ ਮੈਂ ਤੁਹਾਨੂੰ ਕੁਝ ਕੁ ਪਹਿਲਾਂ ਆਪਣੇ ਬਾਰੇ ਦੱਸ ਦਿਆਂ। ਕਾਜੀ ਅਬਦੁਲ ਵਾਹਿਦ ਕਹਿੰਦਾ ਮੈਂ ਕੁਝ ਕੁ ਆਪਣੇ ਬਾਰੇ ਦੱਸ ਦਿਆਂ ਕਿ ਮੈਂ ਇੱਕ ਖਾਨਦਾਨੀ ਕਾਜੀ ਹਾਂ। ਸਾਡੇ ਵੱਡੇ ਵਡੇਰੇ ਸਾਰੇ ਅਸੀਂ ਤੇ ਸ਼ੁਰੂ ਤੋਂ ਕਾਜੀ ਹਾਂ, ਔਰ ਪਤਾ ਨਹੀਂ ਕਿੰਨੇ ਲੋਕਾਂ ਨੂੰ ਕਿਹੋ ਜਿਹੀਆਂ ਭਿਆਨਕ ਸਜ਼ਾਵਾਂ ਅਸੀਂ ਦਿੱਤੀਆਂ ਨੇ। ਪਰ ਤੁਹਾਨੂੰ ਥੋੜੀ ਜਿਹੀ ਤੇ ਕੋਲੋਂ ਜਾਣੂ ਕਰਾ ਦਈਏ, ਅਸੀਂ ਉਹ ਸਜ਼ਾ ਵੀ ਦਿੰਦੇ ਹਾਂ। ਆਦਮੀ ਨੂੰ ਫੜ ਕੇ ਜਿਉਂਦਿਆਂ ਕਿਸੇ ਜਾਨਵਰ ਦੀ ਖੱਲ ਦੇ ਵਿੱਚ ਪਾ ਕੇ ਬਾਹਰੋਂ ਸੀ ਦਿੰਦੇ ਹਾਂ। ਜਿਉਂ-ਜਿਉਂ ਉਹਦੀ ਖੱਲ ਸੁੱਕੜਦੀ ਹੈ ਨਾ, ਉਹ ਵਿੱਚ ਹੀ ਦਮ ਘੁੱਟ ਕੇ ਉਹਦੀ ਮੌਤ ਹੁੰਦੀ ਹੈ। ਸਜ਼ਾ ਵੀ ਸਾਡੇ ਕੋਲ ਹੈ। ਅਸੀਂ ਬੜੀ ਲੋਕਾਂ ਨੂੰ ਉਲਟੇ ਕਰਕੇ ਉਹਦੀ ਖੱਲ ਲਵਾਉਣ ਦੀ ਸਜ਼ਾ ਵੀ ਦਿੰਦੇ ਹਾਂ। ਬੜੇ ਲੋਕਾਂ ਨੂੰ ਜਿਉਂਦਿਆਂ ਅਸੀਂ ਤਵੀਆਂ ਤੇ ਬਿਠਾ ਦਿੰਦੇ ਹਾਂ, ਪੱਥਰ ਮਾਰ ਕੇ ਮਾਰਦੇ ਹਾਂ। ਸਾਡੇ ਕੋਲ ਬੜੀਆਂ ਸਜ਼ਾਵਾਂ ਨੇ। ਇਸ ਕਰਕੇ ਮੈਂ ਖਾਨਦਾਨ ਕਾਜੀ ਹਾਂ। ਤੇ ਗੁਰੂ ਪਾਤਸ਼ਾਹ ਨਾਲ ਬੈਠੇ ਜਲਾਲੁਦੀਨ ਜਲਾਦ ਦੇ ਨਾਲ ਵੀ ਜਦੋਂ ਇੰਟਰੋਡਕਸ਼ਨ ਕਰਾਈ ਜਾਂਦੀ ਹੈ ਤੇ ਉਹ ਵੀ ਇਹ ਗੱਲ ਕਹਿੰਦਾ ਜੀ ਮੈਂ ਤੇ ਖਾਨਦਾਨੀ ਜਲਾਦ ਹਾਂ। ਮੇਰੇ ਵੱਡੇ ਵਡੇਰੇ ਜਿਹੜੇ ਨੇ ਸੱਚਮੁੱਚ ਇਸੇ ਦੇ ਖਾਨਦਾਨ ਦੇ ਵਿੱਚੋਂ ਜਿਹੜੇ ਸ਼ਾਸਲ ਬੇਗ ਤੇ ਬਾਸ਼ਲ ਬੇਗ ਸੀ, ਇਸੇ ਦੇ ਖਾਨਦਾਨ ਦੇ ਵਿੱਚੋਂ ਸੀ। ਅਸੀਂ ਖਾਨਦਾਨੀ ਜਲਾਦ ਹਾਂ। ਤੇ ਗੁਰੂ ਸਾਹਿਬ ਕਹਿੰਦੇ ਨੇ ਫਿਰ ਮੈਂ ਵੀ ਆਪਣਾ ਪਰਿਚੈ ਤੁਹਾਡੇ ਨਾਲ ਕਰਾ ਦਿਆਂ। ਕਾਜੀ ਸਾਹਿਬ ਤੁਸੀਂ ਖਾਨਦਾਨੀ ਕਾਜੀ ਹੋ ਸਕਦੇ ਹੋ, ਮੈਂ ਇਸ ਗੱਲ ਤੋਂ ਮੁਨੱਕਰ ਨਹੀਂ ਹਾਂ। ਤੁਸੀਂ ਖਾਨਦਾਨੀ ਕਾਜੀ ਹੋ ਸਕਦੇ ਹੋ। ਇੱਧਰ ਜਲਾਦ ਸਾਹਿਬ ਮੈਂ ਤੁਹਾਡੀ ਗੱਲ ਤੋਂ ਵੀ ਮੁਨੱਕਰ ਨਹੀਂ ਹਾਂ, ਤੁਸੀਂ ਵੀ ਖਾਨਦਾਨੀ ਜਲਾਦ ਹੋ ਸਕਦੇ ਹੋ। ਪਰ ਸੱਚ ਜਾਣਿਓ, ਤੁਸੀਂ ਮੇਰੇ ਖਾਨਦਾਨ ਬਾਰੇ ਵੀ ਤੇ ਪੁੱਛੋ। ਜੇ ਤੁਸੀਂ ਖਾਨਦਾਨੀ ਕਾਜੀ ਹੋ ਸਕਦੇ ਹੋ, ਖਾਨਦਾਨੀ ਜਲਾਦ ਹੋ, ਤੇ ਮੈਂ ਵੀ ਖਾਨਦਾਨੀ ਸ਼ਹੀਦ ਹਾਂ। ਔਰ ਮੇਰਾ ਦਾਦਾ ਗੁਰੂ ਅਰਜਨ ਸਾਹਿਬ ਜਿਨ੍ਹਾਂ ਨੂੰ ਤੁਸੀਂ ਤਤੀ ਤਬੀ ਤੇ ਪਰਖ ਰਹੇ ਸੀ, ਮੈਂ ਉਸੇ ਦਾ ਪੁੱਤਰ ਹਾਂ। ਇਸ ਕਰਕੇ ਤੁਸੀਂ ਮੈਨੂੰ ਡਰਾ ਧਮਕਾ ਕੇ ਇਸ ਐਗਰੀਮੈਂਟ ਤੇ ਸਾਈਨ ਨਹੀਂ ਕਰ ਸਕਦੇ। ਤੁਸੀਂ ਧੱਕੇ ਦੇ ਨਾਲ ਮੌਤ ਦਾ ਡਰਾਵਾ ਦੇ ਕੇ ਮੇਰੇ ਨਾਲ ਇਹ ਸਮਝੌਤਾ ਨਹੀਂ ਕਰ ਸਕਦੇ। ਹਾਂ, ਇੰਨਾ ਜ਼ਰੂਰ ਹੈ ਕਿ ਸਾਡੇ ਦੋਨਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਉਹਨੂੰ ਲਿਖਤੀ ਤੌਰ ਤੇ ਲਿਖਿਆ ਜਾਏ। ਤੇ ਮੈਂ ਦਾਅਵੇ ਨਾਲ ਕਹਿਣਾ ਕਿ ਮੈਂ ਕੁੱਲ ਹਿੰਦੁਸਤਾਨ ਦੇ, ਔਰ ਇਹ ਵੀ ਭੁਲੇਖੇ ਕੱਢ ਲਿਓ, ਮੈਂ ਕਿਸੇ ਧਰਮ ਦਾ ਨਹੀਂ, ਮੈਂ ਇਨਸਾਨੀਅਤ ਦਾ ਨੁਮਾਇੰਦਾ ਬਣ ਕੇ ਆਇਆ ਜੀ। ਮੈਨੂੰ ਇਹ ਨਾ ਸੋਚਿਓ ਮੈਂ ਸਨਾਤਨ ਧਰਮ ਦਾ। ਜੇ ਕਿਤੇ ਤੁਹਾਡੇ ਇਸਲਾਮ ਦੇ ਉੱਤੇ ਵੀ ਕਿਤੇ ਇਹੋ ਜਿਹੀ ਔਖੀ ਭੀੜਤਾ ਬਣੀ ਹੁੰਦੀ ਨਾ, ਤੇ ਮੈਂ ਇਸਲਾਮ ਦੇ ਵਾਸਤੇ ਵੀ ਖੜਾ ਹੋਣਾ ਸੀ। ਭਾਵੇਂ ਦਿੱਲੀ ਦੀ ਥਾਂ ਤੇ ਮੈਨੂੰ ਸ਼ਿਕਾਗੋ ਦੇ ਵਿੱਚ ਤੁਸੀਂ ਲੈ ਜਾਂਦੇ। ਮੈਂ ਇਨਸਾਨੀਅਤ ਦੀ ਗੱਲ ਕਰਨ ਵਾਸਤੇ ਆਇਆ ਤੇ ਆਪ ਜੀ ਨੂੰ ਵੀ ਇਨਸਾਨੀਅਤ ਦੀ ਗੱਲ ਸਮਝਾ ਰਿਹਾ। ਦੁਨੀਆ ਦੇ ਵਿੱਚ ਧੱਕੇ ਦੇ ਨਾਲ ਧਰਮ ਨਹੀਂ ਫੈਲਾਏ ਜਾ ਸਕਦੇ। ਧਰਮ ਮਾਰਗ ਧੱਕੇ ਦਾ ਨਹੀਂ ਹੈ ਜੀ। ਬਦਕਿਸਮਤੀ ਹੈ ਅੱਜ ਅਸੀਂ ਵੀ ਧੱਕੇ ਦੇ ਨਾਲ ਧਰਮ, ਅਸੀਂ ਵੀ ਡਾਂਗਾ ਨਾਲ ਧਰਮ ਫੈਲਾਉਣਾ ਚਾਹੁੰਦੇ ਹਾਂ। ਜਿਹੜਾ ਮੇਰੀ ਗੱਲ ਨਹੀਂ ਮੰਨਦਾ ਉਹਨੂੰ ਧੱਕੇ ਦੇ ਉਹਦੇ ਤੇ ਧਰਮ ਲਾਗੂ ਕਰਨਾ ਚਾਹੁੰਦੇ ਨਹੀਂ। ਇਹ ਤੇ ਸਾਧ ਸੰਗਤ ਮਨ ਜੀਤਾ ਜਗਜੀਤ, ਮਨ ਜਿੱਤਣ ਵਾਲੀ ਗੱਲ ਹੈ। ਧਰਮ ਵਿਸ਼ੇ ਇਹੋ ਜਿਹਾ ਹੈ, ਜਿੱਦਣ ਸਾਡਾ ਮਨ ਜਿੱਤਿਆ ਗਿਆ ਨਾ, ਉਦਣ ਜੱਗ ਜਿੱਤਿਆ ਜਾਣਾ ਹੈ ਜੀ। ਅਸੀਂ ਤੇ ਪਹਿਲਾਂ ਜੱਗ ਜਿੱਤਣ ਨੂੰ ਆਪਣਾ ਮਨ ਜਿੱਤਿਆ ਨਹੀਂ ਗਿਆ, ਸਾਰੇ ਜੱਗ ਨੂੰ ਬੰਦਾ ਜਿੱਤਦਾ ਫਿਰਦਾ। ਗੁਰੂ ਪਾਤਸ਼ਾਹ ਕਹਿੰਦੇ ਇੱਕ ਗੱਲ ਚੇਤੇ ਰੱਖਿਓ, ਜੇ ਮੈਨੂੰ ਕਿਸੇ ਧਰਮ ਦੇ ਨਾਲ ਨਾ ਜੋੜਿਓ। ਮੈਂ ਇਨਸਾਨੀਅਤ ਦੀ ਗੱਲ ਕਰਨ ਵਾਸਤੇ ਆਇਆ। ਜੋ ਤੁਸੀਂ ਕਸ਼ਮੀਰ ਦੀ ਧਰਤੀ ਦੇ ਵਿੱਚ ਕਰ ਰਹੇ ਹੋ ਨਾ, ਇੱਕ ਇਨਸਾਨੀਅਤ ਕਿਤਾਈ ਵੀ ਤੁਹਾਨੂੰ ਰਹਿੰਦੀ ਦੁਨੀਆ ਤੱਕ ਤੁਹਾਡੀਆਂ ਕੁੱਲਾਂ ਨੂੰ ਜਿਹੜੀ ਹੈ ਨਾ ਉਹ ਕੋਸਦੀ ਰਹੇਗੀ। ਕਿਹੜਾ ਧਰਮ ਹੈ ਜੀ? ਕਿਸੇ ਮਾਸੂਮ ਲੋਕਾਂ ਦਾ ਜ਼ਬਰੀ ਧਰਮ ਪਰਿਵਰਤਨ ਕਰਕੇ ਉਹਨਾਂ ਨੂੰ ਮਜਬੂਰ ਕਰਦੇ ਹੋ ਜੀ। ਤੁਸੀਂ ਉਹਨਾਂ ਦੇ ਜਨੇਊ ਲਾਈ ਜਾ ਰਹੇ ਹੋ, ਧਾਰਮਿਕ ਮੰਦਰ ਢਾਈ ਜਾ ਰਹੇ ਹੋ, ਧਾਰਮਿਕ ਚਿੰਨ੍ਹ ਖਤਮ ਕਰੀ ਜਾ ਰਹੇ ਹੋ। ਜਦੋਂ ਕੋਈ ਪੇਸ਼ ਨਾ ਚੱਲੀ ਸਾਧ ਸੰਗਤ, ਫਿਰ ਇੱਕ ਐਗਰੀਮੈਂਟ ਸਾਈਨ ਹੁੰਦਾ ਹੈ। ਉਹ ਐਗਰੀਮੈਂਟ ਕੀ ਹੈ ਕਿ ਜੇ ਗੁਰੂ ਤੇਗ ਬਹਾਦਰ ਮਹਾਰਾਜ ਸਾਡੀ ਗੱਲ ਮੰਨ ਕੇ ਝੁਕ ਜਾਂਦੇ ਨੇ, ਇਸਲਾਮ ਦੇ ਦਾਇਰੇ 'ਚ ਆ ਜਾਂਦੇ ਨੇ, ਤੇ ਗੁਰੂ ਤੇਗ ਬਹਾਦਰ ਲਿਖ ਕੇ ਦਿੰਦੇ ਨੇ, ਕਹਿੰਦੇ ਨੇ ਜੇ ਤੁਸੀਂ ਮੈਨੂੰ ਝੁਕਾ ਲਿਆ, ਮੈਂ ਤੁਹਾਡੀ ਗੱਲ ਮੰਨ ਕੇ ਤੁਹਾਡੀ ਸ਼ਰ੍ਹਾ 'ਚ ਆ ਗਿਆ, ਤੇ ਮੈਂ ਲਿਖ ਕੇ ਦਿੰਨਾ ਕੁੱਲ ਹਿੰਦੁਸਤਾਨ ਦਾ ਹਿੰਦੂ ਆਪਣਾ ਧਰਮ ਛੱਡ ਕੇ ਤੁਹਾਡੀ ਸ਼ਰ੍ਹਾ 'ਚ ਆ ਜਾਏਗਾ। ਹੁਣ ਤੁਸੀਂ ਵੀ ਲਿਖ ਕੇ ਦਿਓ ਕਿ ਜੇ ਤੁਸੀਂ ਮੈਨੂੰ ਝੁਕਾ ਨਹੀਂ ਸਕਦੇ, ਬੇਸ਼ੱਕ ਮਾਰ ਦਿਓਗੇ ਮੈਨੂੰ, ਜੇ ਮੈਂ ਝੁਕਿਆ ਨਹੀਂ, ਤੇ ਤੁਸੀਂ ਵੀ ਲਿਖ ਕੇ ਦਿਓ। ਫਿਰ ਹੁਣ ਰਹਿੰਦੀ ਦੁਨੀਆ ਤੱਕ ਕਿਸੇ ਦੇ ਉੱਤੇ ਧਰਮ ਦੇ ਨਾਮ ਤੇ ਧੱਕਾ ਨਹੀਂ। ਜਿਹੜਾ ਅੱਜ ਵੀ ਤੁਹਾਡੀ ਕਨਸਟੀਟਿਊਸ਼ਨਸ ਆਫ ਇੰਡੀਆ ਦੇ ਵਿੱਚ 42 ਅਮੈਂਡਮੈਂਟ 'ਚ 14 ਤੋਂ 18 ਧਾਰਾ ਹੈ ਨਾ, ਰਾਈਟ ਟੂ ਫਰੀडम ਫਰਮ ਦਾ ਰਿਲੀਜਨ, ਇਹ ਦਰਅਸਲ ਗੁਰੂ ਤੇਗ ਬਹਾਦਰ ਮਹਾਰਾਜ ਨੇ ਲਿਖਤੀ ਤੌਰ ਤੇ ਲਿਖਵਾਈ ਹੈ ਜੀ। ਹਰ ਇੱਕ ਨੂੰ ਧਾਰਮਿਕ ਆਜ਼ਾਦੀ ਹੋਵੇ, ਧਰਮ ਦੇ ਉੱਤੇ ਕਿਸੇ ਨੂੰ ਕੋਈ ਪਾਬੰਦੀ ਨਹੀਂ ਹੈ ਜੀ। ਇਹ ਤੇ ਆਪੋ ਆਪਣੀ ਆਜ਼ਾਦੀ ਹੈ। ਕੋਈ ਕਿਸੇ ਵੀ ਧਰਮ ਨੂੰ ਮੰਨੇ, ਕੋਈ ਕਿਸੇ ਵੀ ਧਰਮ ਦੇ ਰੂਲ ਨੂੰ ਫਾਲੋ ਕਰੇ, ਕੋਈ ਕਿੱਦਾਂ ਦਾ ਜੀਵਨ ਬਸਰ ਕਰੇ, ਇਹ ਤੇ ਇੱਕ ਨਿੱਜੀ ਆਜ਼ਾਦੀ ਹੈ ਜੀ। ਇਹਨੂੰ ਤੁਸੀਂ ਇੱਕ ਕਾਨੂੰਨ ਨਾ ਬਣਾਓ। ਧਰਮ ਦੀ ਇਸ ਪਰਿਭਾਸ਼ਾ ਇੱਕ ਕਿਸੇ ਕਾਨੂੰਨ ਦੇ ਦਾਇਰੇ ਥੱਲੇ ਨਾ ਲੈ ਕੇ ਆਓ। ਹਰ ਇੱਕ ਧਰਮ ਦੇ ਆਪਣੇ ਨਿਯਮ ਹੋ ਸਕਦੇ ਨੇ, ਪਰ ਕੇਂਦਰੀ ਕਾਨੂੰਨ ਨਹੀਂ ਹੈ ਜੀ ਵੀ ਸਾਰਿਆਂ ਦਾ ਧਰਮ ਇੱਕ ਹੋਵੇਗਾ। ਇਹ ਤੇ ਫੁੱਲ ਆਜ਼ਾਦੀ ਹੈ ਸਾਰਿਆਂ ਦੀ। ਅਖੀਰ ਸਾਧ ਸੰਗਤ ਤੇ ਐਗਰੀਮੈਂਟ ਸਾਈਨ ਹੋ ਜਾਂਦਾ ਹੈ ਕਿ ਜੇ ਗੁਰੂ ਤੇਗ ਬਹਾਦਰ ਮਹਾਰਾਜ ਝੁਕ ਜਾਂਦੇ ਨੇ
ਤੇ ਕੁੱਲ ਹਿੰਦੁਸਤਾਨ ਦੇ ਸਨਾਤਨ ਧਰਮ ਵਾਲਿਆਂ ਨੂੰ ਆਪਣਾ ਧਰਮ ਛੱਡਣਾ ਪੈਣਾ ਸੀ। ਤੇ ਜੇ ਨਾ ਝੁਕਾਇਆ ਗਿਆ ਤੇ ਫਿਰ ਰਹਿੰਦੀ ਦੁਨੀਆ ਤੱਕ ਧਰਮ ਦੇ ਉੱਤੇ ਧੱਕਾ ਕਿਸੇ ਨਾਲ ਨਹੀਂ, ਉਹ ਸੱਚ ਹੈ। ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਸਾਧ ਸੰਗਤ ਜਿਹੜੀਆਂ ਧਰਮ ਦੀਆਂ ਆਜ਼ਾਦੀਆਂ ਨੇ ਨਾ, ਅੱਜ ਸਿੱਖ ਧਰਮ ਵਾਲੇ ਨਗਰ ਕੀਰਤਨ ਸ਼ਾਨੋ ਸ਼ੌਕਤ 'ਚ ਕੱਢਦੇ ਨੇ, ਸਨਾਤਨ ਧਰਮ ਵਾਲੇ ਝਾਂਕੀਆਂ ਕੱਢਦੇ ਨੇ, ਇਸਲਾਮ ਵਾਲੇ ਮੁਹਰਮ ਕੱਢਦੇ ਨੇ। ਸੱਚਮੁੱਚ ਇਹ ਆਜ਼ਾਦੀਆਂ ਸਾਡੇ ਤੱਕ ਪਹੁੰਚਾਉਣ ਲਈ ਬਾਕਮਾਲ ਕੁਰਬਾਨੀ ਹੈ ਜੀ। ਇਨਸਾਨੀਅਤ ਦੇ ਰਾਖੇ ਨੇ ਗੁਰੂ ਤੇਗ ਬਹਾਦਰ ਮਹਾਰਾਜ, ਮਨੁੱਖਤਾ ਦੇ ਰਾਖੇ ਨੇ ਜੀ। ਜਾਤ ਪਾਤ ਵਿਤਕਰੇ ਤੋਂ ਉੱਠ ਕੇ, ਔਰ ਸੱਚਮੁੱਚ ਗੁਰੂ ਤੇਗ ਬਹਾਦਰ ਦੀ ਇਸੇ ਸ਼ਹਾਦਤ ਨੇ ਸਾਡੇ ਹਿਰਦੇ ਦੇ ਵਿੱਚ ਇਸ ਜਾਤ ਪਾਤ ਦੇ ਵਿਤਕਰੇ ਤੋਂ ਉੱਠ ਕੇ ਜਿਹੜਾ ਪਿਆਰ ਸਾਡੇ ਹਿਰਦੇ 'ਚ ਹੈ ਨਾ, ਇਹ ਦਰਅਸਲ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਲੈ ਕੇ ਆਈ ਹੈ। ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਆਪ ਜੀ ਨਾਲ ਦਿਆਂ। ਪਿੱਛੇ ਇੱਕ ਟੀਵੀ ਚੈਨਲ ਦੇ ਉੱਤੇ ਇੱਕ ਡਿਬੇਟ ਚੱਲਦੀ ਸੀ ਤੇ ਉਹਦੇ 'ਚ ਨਾ ਇੱਕ ਐਂਕਰ ਇੱਕ ਸਵਾਲ ਪੁੱਛਦੀ ਹੈ ਖਾਲਸਾ ਏਡ ਵਾਲੇ ਵੀਰਾਂ ਦੇ ਕੋਲ। ਖਾਲਸਾ ਏਡ ਵਾਲੇ ਜਿਹੜੇ ਵੀਰ ਨੇ, ਬਾਕਮਾਲ ਸੇਵਾ ਹੈ ਜੀ ਉਹਨਾਂ ਦੀ, ਗੁਰੂ ਨਾਨਕ ਸਾਹਿਬ ਦਾ ਮਿਸ਼ਨ ਲੈ ਕੇ ਤੁਰੇ ਹੋਏ ਨੇ, ਔਰ ਸਤਿਗੁਰੂ ਜੀ ਇਹਨਾਂ ਸਾਰਿਆਂ ਦੇ ਉੱਤੇ ਮੇਰਾ ਭਰਿਆ ਹੱਥ ਰੱਖਣ। ਮੇਰੀ ਬੇਨਤੀ ਹੈ ਜੀ ਸਾਧ ਸੰਗਤ, ਅਸੀਂ ਐਵੇਂ ਨਹੀਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਹਰ ਕਿਸੇ ਨੂੰ ਕੋਸ਼ੀ ਜਾਈਏ। ਵੇਖੋ, ਜੇ ਭਾਈ ਗੁਰੂ ਪਾਤਸ਼ਾਹ ਦੇ ਨਾਲ ਦਿਆ ਸਿੰਘ ਨੇ ਨਾ, ਭਾਈ ਦਿਆ ਸਿੰਘ 50 ਪਿਆਰਿਆਂ ਦੇ ਵਿੱਚੋਂ 50 ਸਿੰਘਾਂ ਦੇ ਜਥੇਦਾਰ ਨੇ, ਔਰ ਕੌਮ ਦੀ ਅਗਵਾਈ ਵੀ ਕਰਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੇ 'ਚ ਵੀ ਪ੍ਰਸੰਨ ਨੇ। ਜੇ ਭਾਈ ਘਨਈਆ ਮੈਦਾਨੇ ਜੰਗ 'ਚ ਪਾਣੀ ਪਿਲਾ ਰਿਹਾ ਨਾ, ਉਹ ਬੇਸ਼ੱਕ ਦੁਸ਼ਮਣਾਂ ਨੂੰ ਪਾਣੀ ਪਿਲਾਉਂਦਾ, ਪਰ ਗੁਰੂ ਸਾਹਿਬ ਉਹਦੇ ਤੇ ਵੀ ਬਰਾਬਰ ਖੁਸ਼ ਨੇ, ਕਿਉਂਕਿ ਉਹ ਵੀ ਗੁਰੂ ਨਾਨਕ ਦਾ ਸਿਧਾਂਤ ਅਪਣਾ ਰਿਹਾ। ਜੇ ਭਾਈ ਧੰਨਾ ਜੀ ਭਗਤ ਕੁਛ ਨਹੀਂ ਨਾ, ਉਹ ਘੋੜਿਆਂ ਨੂੰ ਕੇਵਲ ਘਾਹ ਪਾ ਰਿਹਾ ਹੈ। ਕਿਤੇ ਇਹ ਨਾ ਸੋਚਿਓ ਕਿ ਭਗਤ ਧੰਨਾ ਜੀ ਗੁਰੂ ਪਾਤਸ਼ਾਹ ਦੀ ਨਜ਼ਰ 'ਚ ਘੱਟ ਨੇ। ਧੰਨਾ ਕਵੀ ਜਿਹੜਾ, ਉਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਜ਼ਰ 'ਚ ਬਰਾਬਰ ਸਨਮਾਨਿਆ ਹੈ। ਤੇ ਜੇ ਮੈਦਾਨੇ ਜੰਗ ਦੇ ਵਿੱਚ ਸ਼ੂਰਬੀਰ ਯੋਧੇ ਜਾ ਕੇ ਕਿਤੇ ਲੜਦੇ ਨੇ ਨਾ, ਤੇ ਗੁਰੂ ਪਾਤਸ਼ਾਹ ਦੀ ਨਜ਼ਰ 'ਚ ਸਭ ਪ੍ਰਵਾਨ ਨੇ ਜੀ। ਇਹ ਇੱਕੋ ਹੀ ਇਹੋ ਜਿਹਾ ਗੁਰਦਸਤਾ ਹੈ ਜੀ ਜਿਹਦੇ ਫੁੱਲ ਨੇ। ਚਾਹੇ ਕੋਈ ਲੰਗਰ ਲਾ ਕੇ ਸੇਵਾ ਕਰ ਰਿਹਾ, ਕੋਈ ਜੋੜਿਆਂ ਦੀ ਸੇਵਾ ਕਰ ਰਿਹਾ ਹੈ, ਕੋਈ ਕਥਾ ਕਰਕੇ ਸੇਵਾ ਕਰ ਰਿਹਾ, ਕੋਈ ਕੀਰਤਨ ਕਰਕੇ ਸੇਵਾ ਕਰ ਰਿਹਾ, ਕੋਈ ਲੰਗਰ ਬਣਾ ਕੇ ਸੇਵਾ ਕਰ ਰਿਹਾ। ਮਾਫ ਕਰਿਆ ਜੀ, ਇੱਕ ਦੂਜੇ ਦੇ ਵਿੱਚੋਂ ਨੁਕਸ ਨਾ ਅਸੀਂ ਕੱਢੀਏ। ਬਾਕਮਾਲ ਸੇਵਾ ਹਰ ਕੋਈ ਆਪਣੇ ਢੰਗ ਨਾਲ ਨਿਭਾਈਏ, ਸਾਰਾ ਗੁਰੂ ਨਾਨਕ ਦਾ ਸਿਧਾਂਤ ਹੈ। ਉਹ ਖਾਲਸਾ ਏਡ ਵਾਲੇ ਲੰਗਰ ਲਾਉਂਦੇ ਨੇ ਜੀ, ਦੁਨੀਆ ਦੇ ਕੋਨੇ-ਕੋਨੇ ਵਿੱਚ ਉਹਨਾਂ ਨੇ ਸਿੱਖੀ ਦੀ ਜਿਹੜੀ ਹਿਊਮੈਨਿਟੀ ਦੀ ਪਹਿਚਾਣ ਦਿੱਤੀ ਹੈ। ਸਾਧ ਸੰਗਤ, ਪ੍ਰੋਗਰਾਮ ਚੱਲ ਰਿਹਾ ਹੈ ਤੇ ਇੱਕ ਐਂਕਰ ਉਹਨਾਂ ਦੇ ਕੋਲੋਂ ਸਵਾਲ ਪੁੱਛਦੀ ਹੈ। ਉਹ ਕਹਿੰਦੀ ਜੀ ਭਾਈ ਸਾਹਿਬ, ਤੁਸੀਂ ਬਾਕਮਾਲ ਸੇਵਾ ਨਿਭਾ ਰਹੇ ਹੋ ਸਾਰੇ ਹਿੰਦੁਸਤਾਨ ਦੇ ਵਿੱਚ, ਪੂਰੇ ਵਰਲਡ 'ਚ ਨਿਭਾ ਰਹੇ ਹੋ, ਪਰ ਤੁਸੀਂ ਪਿੱਛੇ ਬਰਮਾ 'ਚ ਵੀ ਜਾ ਕੇ ਲੰਗਰ ਲਾਇਆ ਸੀ। ਬਾਕਮਾਲ ਉਸ ਵੀਰ ਦਾ ਜਵਾਬ ਸੀ, ਕਹਿੰਦਾ ਜੀ ਭੈਣ ਜੀ ਲਾਇਆ ਸੀ। ਕਹਿੰਦੀ ਤੁਹਾਨੂੰ ਪਤਾ ਉੱਥੇ ਸਾਰੇ ਮੁਸਲਮਾਨ ਨੇ? ਉਹ ਕਹਿੰਦੀ ਜੀ ਮੈਨੂੰ ਪਤਾ ਹੈ ਉੱਥੇ ਸਾਰੇ ਮੁਸਲਮਾਨ ਨੇ। ਉਹ ਕਹਿੰਦੀ ਤੁਹਾਨੂੰ ਪਤਾ ਵੀ ਤੁਹਾਡੇ ਗੁਰੂ ਸਾਹਿਬਾਨਾਂ ਨੂੰ ਮੁਸਲਮਾਨਾਂ ਸਾਰਿਆਂ ਨੇ ਹੀ ਮਾਰਿਆ? ਉਹ ਕਹਿੰਦਾ ਜੀ ਸਾਨੂੰ ਪਤਾ ਹੈ। ਤੁਹਾਨੂੰ ਇਹ ਵੀ ਪਤਾ ਤੁਹਾਡੀਆਂ ਮੁੰਮਣ ਜੰਗਾਂ ਮੁਸਲਮਾਨਾਂ ਦੇ ਨਾਲ ਹੋਈਆਂ ਨੇ? ਉਹ ਕਿਹਾ ਭੈਣ ਜੀ ਸਾਨੂੰ ਤੇ ਪਤਾ। ਕਹਿੰਦੀ ਜੀ ਸਭ ਕੁਝ ਤੁਹਾਨੂੰ ਪਤਾ ਹੈ ਤੇ ਤੁਸੀਂ ਫਿਰ ਮੁਸਲਮਾਨਾਂ ਦੇ ਕੋਲ ਜਾ ਕੇ ਲੰਗਰ ਕਿਉਂ ਲਾਇਆ? ਜੇ ਤੁਹਾਡੇ ਨਾਲ ਉਹ ਸਾਰੀ ਜ਼ਿੰਦਗੀ ਨਫ਼ਰਤ ਕਮਾਉਂਦੇ ਰਹੇ ਤੇ ਤੁਸੀਂ ਉੱਥੇ ਲੰਗਰ ਕਿਉਂ ਲਾਇਆ? ਬਾਕਮਾਲ ਜਵਾਬ ਸੀ ਉਸ ਵੀਰ ਦਾ ਜੀ। ਕਹਿੰਦਾ ਭੈਣ ਜੀ, ਜਿੱਦਣ ਗੁਰੂ ਨਾਨਕ ਦੇ ਸਿੱਖ ਨੇ ਲੰਗਰ ਲਾਉਣ ਤੋਂ ਪਹਿਲਾਂ ਲੰਗਰ ਛਕਣ ਵਾਲੇ ਦੀ ਜਾਤ ਪੁੱਛ ਲਈ ਨਾ, ਸਮਝ ਲਿਓ ਉਸੇ ਦਿਨ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦੇ ਨਾਲ ਵੀ ਖਿਲਵਾੜ ਹੋ ਜਾਣਾ। ਗੁਰੂ ਤੇਗ ਬਹਾਦਰ ਨੇ ਜਾਤ ਨਹੀਂ ਸੀ ਪੁੱਛੀ ਵੀ ਕਸ਼ਮੀਰੀ ਬ੍ਰਾਹਮਣ ਹੋ, ਤੁਸੀਂ ਖੱਤਰੀ ਹੋ, ਤੁਸੀਂ ਸ਼ੂਦਰ ਹੋ, ਤੁਸੀਂ ਕੌਣ ਹੋ। ਗੁਰੂ ਸਾਹਿਬ ਨੇ ਜਾਤ ਨਹੀਂ ਸੀ ਪੁੱਛੀ, ਗੁਰੂ ਸਾਹਿਬ ਨੇ ਇਨਸਾਨੀਅਤ ਦੀ ਗੱਲ ਕੀਤੀ ਸੀ। ਕਹਿੰਦੇ ਤੁਸੀਂ ਇਨਸਾਨ ਹੋ, ਔਰ ਉਹ ਇਨਸਾਨੀਅਤ ਦੀ ਗੱਲ ਹੈ ਜੀ। ਬੜੀ ਖੁਸ਼ੀ ਕੱਲ ਮੈਂ ਨੈੱਟ ਤੇ ਵੇਖ ਰਿਹਾ ਸੀ, ਸਾਡੇ ਜੰਮੂ ਦੇ ਵਿੱਚ ਜਿਹੜਾ ਲੈਪਰਡ ਅਟੈਕ ਹੁੰਦਾ ਹੈ ਤੇ ਉਹਦੇ ਵਿੱਚ ਇੱਕ ਬੜੀ ਦੁਨੀਆ ਬੈਠੀ ਮਜ਼ਾਕ ਉਡਾਉਂਦੀ ਹੈ, ਸਾਡਾ ਮਜ਼ਾਕ ਬਣ ਚੁੱਕਿਆ। ਇੱਕ ਤੜਪ ਰਿਹਾ ਹੁੰਦਾ ਸੀ, ਉਹਦੀ ਵੀਡੀਓਗ੍ਰਾਫੀ, ਉਹਦੀਆਂ ਫੋਟੋਆਂ ਵੀ ਪਹਿਲਾਂ ਮੈਂ ਨੈੱਟ 'ਚ ਪਾ ਦਾਂ, ਮੇਰਾ ਦੁਨੀਆ 'ਚ ਨਾਮ ਹੋ ਜਾਣਾ। ਦੁਨੀਆ ਉਹਦੀ ਫੋਟੋ ਖਿੱਚਦੀ ਹੈ ਜੀ, ਇੱਕ ਉਹ ਯੋਧਾ। ਮੈਂ ਕਹਿੰਦਾ ਵੀ ਇਹਦੇ 'ਚ ਵੀ ਅਸੀਂ ਮਾਨ ਨਾ ਕਰੀਏ, ਇਹ ਤਾਂ ਸਾਨੂੰ ਵਿਰਸੇ 'ਚ ਮਿਲਿਆ। ਸਾਡਾ ਗੁਰੂ ਕਿਸੇ ਗੈਰ ਦੀ ਰਾਖੀ ਖਾਤਰ ਆਪਣਾ ਪਰਿਵਾਰ ਛੱਡ ਕੇ ਸਰੀਰਕ ਭੰਡਾ ਫੋੜ ਦਿੰਦਾ ਹੈ। ਕਿਆ ਉਸ ਗੁਰੂ ਦੇ ਸਿੱਖ ਦਾ ਇੰਨਾ ਹੱਕ ਵੀ ਨਹੀਂ ਵੀ ਉਹ ਇੱਕ ਜ਼ਖਮੀ ਤੜਪਦੇ ਹੋਏ ਨੂੰ ਚੁੱਕ ਕੇ ਹਸਪੀਟਲ ਪਹੁੰਚਾਏ? ਅਸੀਂ ਕੇਵਲ ਫਰਜ਼ ਨਿਭਾਉਣ ਵਾਲੇ ਹਾਂ ਜੀ। ਅਸੀਂ ਫਰਜ਼ ਨਿਭਾਇਆ ਉਸ ਵੀਰ ਨੂੰ ਜਿਹਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਇਸ ਸ਼ਹਾਦਤ, ਜਿਸ ਵੀਰ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਭਾਏ ਪੂਰਨਿਆਂ ਤੇ ਤੁਰਦਿਆਂ ਉਸ ਬਜ਼ੁਰਗ ਨੂੰ ਉਹ ਬਾਈਕ ਤੇ ਚੁੱਕ ਕੇ ਦੋ ਵੀਰ ਹਸਪੀਟਲ ਲੈ ਕੇ ਗਏ। ਅੱਜ ਦੁਨੀਆ ਦੇ ਵਿੱਚ ਭਾਵੇਂ ਹੁੰਦਾ ਵੀ ਸੱਚਮੁੱਚ ਸਿੰਘ ਹੈ, ਉਹ ਸਿੰਘ ਇਜ਼ ਕਿੰਗ, ਬੜੇ ਕਮੈਂਟ ਥੱਲੇ ਆਉਂਦੇ ਨੇ, ਪਰ ਸੱਚ ਜਾਣਿਓ ਇਹ ਸਾਨੂੰ ਵਿਰਸਾ ਗੁਰੂ ਤੇਗ ਬਹਾਦਰ ਨੇ ਦਿੱਤਾ ਜੀ। ਗੁਰੂ ਤੇਗ ਬਹਾਦਰ ਮਹਾਰਾਜ ਨੇ ਮਨੁੱਖਤਾ ਦੀ ਗੱਲ ਕੀਤੀ ਹੈ। ਸਿੱਖ ਜਾਤ ਪਾਤ ਵਿਤਕਰਾ ਨਹੀਂ ਵੇਖਦਾ ਜੀ, ਸਿੱਖ ਤੜਪ ਰਿਹਾ, ਸਿੱਖ ਦਾ ਐਕਸੀਡੈਂਟ ਹੈ, ਕੌਣ ਹੈ, ਸਿੱਖ ਭੁੱਖ ਹੈ। ਨਹੀਂ, ਅਸੀਂ ਇਨਸਾਨੀਅਤ ਦੀ ਗੱਲ ਕਰਦੇ ਹਾਂ ਜੀ, ਕਿਉਂਕਿ ਗੁਰੂ ਤੇਗ ਬਹਾਦਰ ਨੇ ਸਾਨੂੰ ਇਨਸਾਨੀਅਤ ਸਿਖਾਈ ਹੈ ਜੀ।